ਉਹ ਲੈਟਰ ਅਸੀਂ ਰਸੀਟ ਕਰਾਉਣੀ ਹੈ ਆਪਣੇ ਮਿਊਨਿਸਪਲ ਕੌਂਸਲ ਦੇ ਆਫਿਸ ਦੇ ਵਿੱਚ। ਉਹ ਸਾਡੀ ਜਨਰਲ ਕਮੇਟੀ ਜਿਹੜੀ ਹੈ, ਜਨਰਲ ਵਾਰਡ ਹੈ, ਜਿਹਦੇ ਵਿੱਚ ਜਨਰਲ ਕੰਮ ਹੁੰਦੇ ਆ ਸਾਡੇ ਕਾਰਪੋਰੇਸ਼ਨ ਦੇ, ਉਹਦਾ ਇੰਚਾਰਜ ਹੈ ਹਿਮਾਂਸ਼ੂ ਅਰੋੜਾ। ਹਿਮਾਂਸ਼ੂ ਅਰੋੜਾ ਦੀ ਆਦਤ ਹੈ ਕਿ ਜਦੋਂ ਵੀ ਅਸੀਂ ਉਸ ਕਲਰਕ ਨੂੰ ਕੋਈ ਕੰਮ ਕਹਿੰਦੇ ਆ, ਉਹ ਸਾਡੀ ਹਰ ਗੱਲ ਨੂੰ ਇਗਨੋਰ ਕਰਦਾ। ਤੁਹਾਨੂੰ ਲੱਗਦਾ ਕਿਸੇ ਦੇ ਦਬਾਅ ਥੱਲੇ ਕੰਮ ਕਰ ਰਿਹਾ? ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਜੀ, ਇਹ ਉਹਦੀ ਕੀ ਟੈਂਡੈਂਸੀ ਆ ਜਾਂ ਕੀ ਆ, ਲੇਕਿਨ ਮੈਂ ਇਸ ਗੱਲ ਕੋਈ ਨਾ ਕੋਈ ਦਬਾਅ ਤਾਂ ਹੋਊਗਾ, ਕੋਈ ਨਾ ਕੋਈ ਦਬਾਅ ਤਾਂ ਮੰਨਦੇ ਤੁਸੀਂ। ਸੁਸ਼ੀਲ ਜੀ, ਮੈਂ ਇੱਕ ਗੱਲ ਇਹ ਜ਼ਰੂਰ ਕਹਿਣਾ ਚਾਹਾਂਗਾ, ਦਬਾਅ ਉਹਦੇ ਪਿੱਛੇ ਕੋਈ ਨਾ ਹੋਵੇ, ਲੇਕਿਨ ਉਹਦੀ ਟੈਂਡੈਂਸੀ ਹੈ ਕਿ ਮੈਂ ਜਿੰਨੇ ਵੀ ਕਾਉਂਸਲਰ ਆ ਉਹਨਾਂ ਨੂੰ ਦਬਾਅ ਹੇਠ ਰੱਖਾਂ। ਲੇਕਿਨ ਇਹ ਜਿਹੜੇ ਕਾਉਂਸਲਰ ਹੁਣ ਇਸ ਵਾਰੀ 17 ਦੇ 17 ਆਏ ਆ, ਇਹ ਕਿਸੇ ਵੀ ਦਬਾਅ ਵਿੱਚ ਨਾ ਰਹਿਣਾ ਪਸੰਦ ਇਹਨਾਂ ਨੇ ਕੀਤਾ ਤੇ ਨਾ ਕਰਨਗੇ। ਇੱਕ ਆਮ MC ਦਾ ਕੰਮ ਹੀ ਨਹੀਂ ਹੋ ਰਿਹਾ ਤੇ ਆਮ ਜਿਹੜਾ ਬੰਦਾ ਆਮ ਨਾਗਰਿਕ ਕਿੱਥੇ ਜਾਊਗਾ? ਸੁਸ਼ੀਲ ਜੀ, ਸਾਡਾ ਰਿਜ਼ਾਈਨ ਦੇਣ ਦਾ ਮਕਸਦ ਹੀ ਇਹ ਹੈ ਕਿ ਉਸ ਕਲਰਕ ਨੂੰ ਜਿਹਦਾ ਨਾਮ ਹਿਮਾਂਸ਼ੂ ਅਰੋੜਾ ਹੈ, ਉਹਨੂੰ ਅਸੀਂ ਇਹੀ ਦੱਸਣਾ ਚਾਹੁੰਦੇ ਹਾਂ ਕਿ ਤੂੰ ਇੱਕ ਕਾਉਂਸਲਰ ਨੂੰ ਮਨਾ ਕਰ ਰਿਹਾ, ਜਦ ਕਿ ਤੇਰੀ ਇੱਕ ਜ਼ਿੰਮੇਵਾਰੀ ਹੈ ਕਿ ਸਾਡੇ ਨਕੋਦਰ ਦੇ ਹਰ ਨਾਗਰਿਕ ਦਾ ਕੰਮ ਤੂੰ ਪਹਿਲ ਦੇ ਆਧਾਰ ਤੇ ਕਰਨਾ। ਲੱਗ ਰਿਹਾ ਕਿ ਬੰਦਾ ਕੋਈ ਤੁਹਾਨੂੰ ਦਬਾਅ ਦੇ ਵਿੱਚ ਕੰਮ ਕਰ ਰਿਹਾ, ਕਿਸੇ ਸਿਆਸੀ ਪਾਰਟੀ ਦਾ ਹੈ। ਮੈਂ ਇਹਦੇ ਵਿੱਚ ਮੈਂ ਕੁਝ ਨਹੀਂ ਕਰਨਾ ਚਾਹਾਂਗਾ। ਮੈਨੂੰ ਉਹਦੇ ਦਬਾਅ ਦੇ ਨਾਲ ਕੋਈ ਮਤਲਬ ਨਹੀਂ ਸਰ। ਮੈਨੂੰ ਸੁਸ਼ੀਲ ਜੀ ਮਤਲਬ ਹੈ ਆਪਣੇ ਸ਼ਹਿਰ ਨਾਲ, ਆਪਣੀ ਵਾਰਡ ਨਾਲ, ਆਪਣੇ ਸ਼ਹਿਰ ਦੇ ਇੱਕ ਇੱਕ ਨਾਗਰਿਕ ਦੇ ਨਾਲ। ਮੇਰੀ ਵਾਰਡ ਦਾ ਕੰਮ ਹੋਣਾ ਚਾਹੀਦਾ, ਮੇਰੇ ਸ਼ਹਿਰ ਦਾ ਕੰਮ ਹੋਣਾ ਚਾਹੀਦਾ। ਇਹ ਹੁਣ ਕੀ ਇਹਦੇ ਚ ਮਕਸਦ ਕੀ ਤੁਹਾਡਾ, ਕੀ ਡਿਮਾਂਡ ਕੀ ਤੁਹਾਡੀ? ਸਰ, ਮੇਰੀ ਡਿਮਾਂਡ ਇਹ ਹੈ ਕਿ ਜਿਹੜਾ ਇਨਸਾਨ ਸਾਡੇ ਨਗਰ ਕੌਂਸਲ ਦੇ ਕੰਮ ਦੇ ਵਿੱਚ ਇੱਕ ਵਾਧਾ ਬਣਦਾ ਵਾ, ਉਹਨੂੰ ਆਪਣੀ ਸੀਟ ਤੇ ਰਹਿਣ ਦਾ ਹੱਕ ਨਹੀਂ। ਕਲਰਕ ਨੂੰ ਕੀ ਫਾਇਦਾ? ਕਲਰਕ ਨੂੰ ਕੀ ਫਾਇਦਾ ਜਿਹੜਾ ਉਹ ਆਪਣੇ ਈਓ ਤੱਕ ਜਾਂ ਪ੍ਰਧਾਨ ਨੂੰ ਨਹੀਂ ਪਹੁੰਚਾ ਸਕਦਾ? ਸਰ, ਕਲਰਕ ਨੂੰ ਸੁਸ਼ੀਲ ਜੀ ਇਹ ਫਾਇਦਾ ਹੈ, ਉਹ ਚਾਹੁੰਦਾ ਹੈ ਕਿ ਜਿਹੜੇ ਇਹ ਕੌਂਸਲਰ ਜਿਹੜੇ 17 ਬਣ ਕੇ ਆਏ ਆ, ਇਹ ਉਹਦੇ ਅੱਖ ਦੇ ਇਸ਼ਾਰੇ ਤੇ ਚੱਲਣ, ਉਂਗਲੀਆਂ ਦੇ ਉੱਤੇ ਚੱਲਣ। ਜੇ ਉਹ ਕਹੇ ਦਿਨ ਹੈ ਤੇ ਦਿਨ ਹੈ, ਕਿਉਂਕਿ ਉਹ ਕੌਂਸਲ ਨੂੰ ਟੋਟਲੀ ਕੌਂਸਲ ਨੂੰ ਆਪ ਚਲਾ ਰਿਹਾ ਹੈ। ਆਪ ਨੂੰ ਟ੍ਰੇਡ ਰਿਸਪੈਕਟ ਮਾਨਯੋਗ SDM ਸਾਹਿਬ ਤੋਂ ਵੀ ਵੱਧ ਸਮਝਦਾ ਹੈ। ਅਸੀਂ ਕਦੀ ਉਹਨੂੰ ਪੁੱਛ ਲਈਏ ਸੀਟ ਤੇ ਨਹੀਂ ਹੈ, ਕਿੱਥੇ ਗਿਆ ਜੀ? ਮੈਂ SDM ਸਾਹਿਬ ਕੋ ਗਿਆ। ਦੇਖੋ, ਅਸੀਂ ਇੱਕ ਮਾਨਯੋਗ SDM ਸਾਹਿਬ ਤੱਕ ਸਾਡੀ ਇਹ ਨਹੀਂ ਕਿ ਅਸੀਂ ਉਹਨਾਂ ਦੇ ਨਾਮ ਨੂੰ ਦੁਬਾਰਾ ਚੈੱਕ ਕੀਤਾ ਜਾਏ ਕਿ SDM ਸਾਹਿਬ ਕੋ ਗਿਆ ਵੀ ਹੈ ਕਿ ਨਹੀਂ ਗਿਆ। ਜਦੋਂ ਵੀ ਇਹਨੂੰ ਦੇਖਦੇ ਹਾਂ, ਕਦੀ SDM ਸਾਹਿਬ ਦਾ ਨਾਮ ਲਗਾ ਦਿੰਦਾ, ਕਦੀ ਇਹ ਕਹਿ ਦਿੰਦਾ ਮੈਂ ADC ਸਾਹਿਬ ਕੋ ਜਾ ਰਿਹਾ, ਕਦੀ ਕਹਿ ਰਿਹਾ ਮੈਂ DC ਸਾਹਿਬ ਕੋ ਮੀਟਿੰਗ ਤੇ ਜਾ ਰਿਹਾ, ਲੇਕਿਨ ਕਰ ਇਹ ਆਪਣੇ ਪਰਸਨਲ ਕੰਮ ਰਿਹਾ ਹੁੰਦਾ। ਏਕਤਾ ਲਹਿਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ, ਜੀ ਆਇਆਂ ਨੂੰ। ਨਗਰ ਕੌਂਸਲ ਨਕੋਦਰ ਜਿਹੜਾ ਹਮੇਸ਼ਾ ਹੀ ਕਿਸੇ ਨਾ ਕਿਸੇ ਚਰਚਾ ਦੇ ਵਿੱਚ ਰਹਿੰਦਾ ਆ, ਜਾਂ ਟ੍ਰੈਫਿਕ ਦੀ ਸਮੱਸਿਆ ਹੋਵੇ ਜਾਂ ਸੜਕਾਂ ਦੀ ਸਮੱਸਿਆ ਹੋਵੇ। ਇੱਕ ਖਬਰ ਸਵੇਰ ਦੀ ਅੱਜ ਚੱਲਣ ਡਈ ਆ, ਜਿਹਦੇ 'ਚ ਵਾਰਡ ਨੰਬਰ 4 ਤੋਂ ਹੇਮੰਤ ਸ਼ਰਮਾ ਜੀ, ਜਿਨ੍ਹਾਂ ਨੇ ਇੱਕ ਮੂਵਮੈਂਟ ਕਮੇਟੀ ਜਿਹੜੀ ਨਗਰ ਕੌਂਸਲ ਦੀ ਬਣੀ ਆ, ਉੱਥੋਂ ਅਸਤੀਫਾ ਦੇ ਦਿੱਤਾ ਆ। ਹੇਮੰਤ ਸ਼ਰਮਾ ਜੀ ਸਾਡੇ ਨਾਲ ਮੌਜੂਦ ਨੇ, ਉਹਨਾਂ ਦੇ ਕੋਲ ਅਸੀਂ ਆਏ ਹਾਂ ਗੱਲਬਾਤ ਕਰਨ ਲਈ। ਕੀ ਕਾਰਨ ਆ ਸਰ? ਸਭ ਤੋਂ ਪਹਿਲੇ ਤਾਂ ਸਵਾਗਤ ਹੈ ਤੁਹਾਡਾ ਏਕਤਾ ਲਹਿਰ 'ਤੇ। ਤੁਹਾਡਾ ਵੀ ਸੁਸ਼ੀਲ ਜੀ, ਮੈਂ ਤੁਹਾਡਾ ਵੀ ਏਕਤਾ ਲਹਿਰ ਟੀਮ ਦਾ ਮੈਂ ਬਹੁਤ ਬਹੁਤ ਸਵਾਗਤ ਕਰਦਾ ਜੀ, ਅਤੇ ਧੰਨਵਾਦ ਕਰਦਾ ਵਾਂ ਕਿ ਤੁਸੀਂ ਅੱਜ ਦੀ ਜਿਹੜੀ ਨਿਊਜ਼ ਨੂੰ ਦੇਖ ਕੇ ਸਾਨੂੰ ਸੰਪਰਕ ਕੀਤਾ ਜੀ। ਸਰ, ਸਭ ਤੋਂ ਪਹਿਲਾਂ ਜਾਣਨਾ ਚਾਹਾਂਗੇ ਮੂਵਮੈਂਟ ਕਮੇਟੀ ਕਿਉਂ ਬਣਾਈ ਜਾਂਦੀ ਹੈ ਅਤੇ ਕੀ ਕਾਰਨ, ਕੀ ਵਜ੍ਹਾ ਹੁੰਦੀ ਹੈ ਜੀ? ਸੁਸ਼ੀਲ ਜੀ, ਜਿਹੜੀ ਮੂਵਮੈਂਟ ਕਮੇਟੀ ਆ, ਇਸ ਦਾ ਮਤਲਬ ਇਹ ਹੈ ਕਿ ਜਿਹੜੀ ਕਾਰਪੋਰੇਸ਼ਨ ਦੇ ਵਿੱਚ ਜੋ ਵਰਕਿੰਗ ਹੋ ਰਹੀ ਹੈ, ਜੋ ਸਟਾਫ ਵਰਕ ਕਰ ਰਿਹਾ ਹੈ, ਉਹ ਜਦੋਂ ਵੀ ਕਿਤੇ ਜਾਵੇ ਇੱਕ ਮੂਵਮੈਂਟ ਰਜਿਸਟਰ ਹੁੰਦਾ ਵਾ ਹਰ ਡਿਪਾਰਟਮੈਂਟ ਦਾ, ਉਹਦੇ ਵਿੱਚ ਉਹ ਜਾਣ ਲੱਗੇ ਵੀ ਦਰਜ ਕਰੇ ਕਿ ਮੈਂ ਇਸ ਵੇਲੇ ਇਸ ਜਗ੍ਹਾ ਤੇ ਜਾ ਰਿਹਾ, ਅਤੇ ਆ ਕੇ ਵੀ ਉਹ ਦਰਜ ਕਰੇ ਕਿ ਮੈਂ ਇਸ ਵੇਲੇ ਆਫਿਸ ਦੇ ਵਿੱਚ ਆਪਣੀ ਡਿਊਟੀ ਤੇ ਵਾਪਸ ਆ ਗਿਆ। ਅਤੇ ਇਸ ਵਾਸਤੇ ਮੈਂ ਦੱਸਣਾ ਚਾਹਾਂਗਾ ਕਿ 3/9/2021 ਨੂੰ ਸਾਡੇ ਮਾਨਯੋਗ ਪ੍ਰਧਾਨ ਜੀ ਨਵਨੀਤ ਨੀਤਾ ਜੀ ਅਤੇ ਉਹਨਾਂ ਦੇ ਨਾਲ ਮਾਨਯੋਗ ਐਗਜ਼ੈਕਟਿਵ ਆਫਿਸਰ ਬੜੈਚ ਸਾਹਿਬ ਵੱਲੋਂ ਮੈਨੂੰ ਇੱਕ ਲੈਟਰ ਇਸ਼ੂ ਕੀਤਾ ਗਿਆ ਸੀ, ਜਿਹਦੇ ਵਿੱਚ ਉਹਨਾਂ ਨੇ ਵਿਸ਼ੇਸ਼ ਰੂਪ ਦੇ ਵਿੱਚ ਮੇਰੇ ਨਾਲ ਮੇਰੇ ਵੱਡੇ ਭਰਾ ਵਾਰਡ ਨੰਬਰ 10 ਤੋਂ ਸ਼੍ਰੀ ਸਤਿੰਦਰ ਸਿੰਘ ਭਾਟੀਆ ਜੀ ਅਤੇ ਮੈਨੂੰ ਉਸ ਮੂਵਮੈਂਟ ਕਮੇਟੀ ਨਵੀਂ ਬਣਾ ਕੇ ਉਹ ਕਮੇਟੀ ਦਾ ਗਠਨ ਕੀਤਾ। ਉਸ ਸਰ ਕਮੇਟੀ ਦੇ ਵਿੱਚ ਜਾਣੀ ਗਠਨ ਹੁੰਦਾ, ਕਮੇਟੀ ਦੇ ਵਿੱਚ ਕੀ ਵਰਕ ਹੁੰਦਾ, ਕੀ ਕੰਮ ਹੁੰਦਾ ਕਮੇਟੀ ਦਾ? ਕਮੇਟੀ ਦਾ ਇਹ ਕੰਮ ਹੈ ਕਿ ਅਸੀਂ ਜੋ ਕਾਰਪੋਰੇਸ਼ਨ ਦੀ ਇੱਕ ਵਰਕਿੰਗ ਟਾਈਮ ਹੈ ਸਵੇਰੇ 9 ਵਜੇ ਤੋਂ ਲੈ ਕੇ 5 ਵਜੇ, ਉਹਦੇ ਵਿੱਚ ਕੋਈ ਵੀ ਇੰਪਲਾਈ ਕਿਤੇ ਜਾਏਗਾ ਅਤੇ ਅਸੀਂ ਉਸ ਨੂੰ ਚੈੱਕ ਕਰਨਾ ਹੈ ਕਿ ਬੰਦਾ, ਕੋਈ ਵੀ ਅਧਿਕਾਰੀ ਜੇ ਕਿਸੇ ਕੰਮ 'ਤੇ ਕੋਈ ਕਲਰਕ ਗਿਆ ਹੈ, ਐਗਜ਼ੈਕਟਲੀ ਉੱਥੇ ਗਿਆ ਹੈ। ਇਹ ਨਹੀਂ ਕਿ 9 ਵਜੇ ਹਾਜ਼ਰੀ ਪਾ ਕੇ ਚਲ ਗਿਆ ਕਿ ਮੈਂ ਬੈਂਕ ਦੇ ਵਿੱਚ ਪੈਸੇ ਜਮ੍ਹਾਂ ਕਰਵਾਉਣ ਜਾ ਰਿਹਾ ਜਾਂ ਮੈਂ DC ਆਫਿਸ ਜਾ ਰਿਹਾ ਅਤੇ ਉਹ ਉੱਥੇ ਪਹੁੰਚ ਵੀ ਰਿਹਾ ਜਾਂ ਨਹੀਂ ਪਹੁੰਚ ਰਿਹਾ।
ਇਹ ਜਿਹੜੀ ਮੂਵਮੈਂਟ ਕਮੇਟੀ ਹੈ ਵੈਸੇ ਦੇਖਿਆ ਜਾਏ ਤੇ ਇੱਕ EMPLOYEE ਵਾਸਤੇ ਇੱਕ ਰਾਮਬਾਣ ਹੈ। ਕੱਲ ਨੂੰ ਨਾ ਅਸੀਂ ਇਹ ਪਰਮਪਿਤਾ ਪਰਮਾਤਮਾ ਕੋਲੋਂ ਇਹ ਚਾਹਾਂਗੇ ਕਿ ਕਦੇ ਵੀ ਸਾਡੇ ਕਿਸੇ ਕਾਰਪੋਰੇਸ਼ਨ ਦੇ EMPLOYEE ਨੂੰ ਕੋਈ ਮਿਸਹੈਪਨਿੰਗ ਹੋਵੇ, ਲੇਕਿਨ ਜੇ ਬਾਈ ਚਾਂਸ ਕਿਤੇ ਕੋਈ ਮਿਸਹੈਪਨਿੰਗ ਹੁੰਦੀ ਹੈ ਜਾਂ ਸਾਡਾ ਕਿਤੇ ਕਾਰਪੋਰੇਸ਼ਨ ਦਾ ਕੋਈ ਅਧਿਕਾਰੀ ਕਿਸੇ ਮੁਸੀਬਤ 'ਚ ਫਸ ਜਾਂਦਾ ਹੈ, ਇਹ ਮੂਵਮੈਂਟ ਰਜਿਸਟਰ ਜਿਹੜਾ ਹੈ ਉਹਦੇ ਵਾਸਤੇ ਇੱਕ ਰਾਮਬਾਣ ਦਵਾ ਹੈ। ਉਹ ਸਰ ਕੀ ਕਾਰਨ ਤੁਸੀਂ ਅਸਤੀਫਾ ਦੇ ਦਿੱਤਾ? ਸੁਸ਼ੀਲ ਜੀ, ਅਸਤੀਫਾ ਦੇਣ ਦਾ ਮੇਨ ਕਾਰਨ ਇਹ ਹੈ ਕਿ ਅਸੀਂ ਜਨਤਾ ਦੇ ਚੁਣੇ ਹੋਏ ਨੁਮਾਇੰਦੇ ਹਾਂ। ਸਾਨੂੰ ਨਕੋਦਰ ਦੀ ਜਨਤਾ ਨੇ 17 ਕੌਂਸਲਰਾਂ ਨੂੰ ਕੌਂਸਲ ਦੇ ਵਿੱਚ ਬਣਾ ਕੇ ਭੇਜਿਆ ਹੈ ਤੇ ਸਾਡੀ ਇੱਕ ਪਹਿਲ ਦੇ ਆਧਾਰ ਦੇ ਉੱਤੇ ਸਾਡੀ ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਜਿਹੜੇ ਸਾਡੇ ਸ਼ਹਿਰ ਦੇ ਨਾਗਰਿਕਾਂ ਨੂੰ ਕੋਈ ਮੁਸ਼ਕਲ ਆਉਂਦੀ ਹੈ, ਅਸੀਂ ਉਹਨਾਂ ਮੁਸ਼ਕਲਾਂ ਨੂੰ ਦੂਰ ਕਰਨਾ ਹੈ। ਜਿਸ ਤਰ੍ਹਾਂ ਕਿ ਸਾਡੇ ਸ਼ਹਿਰ ਦੇ ਸਾਡੇ ਨਾਗਰਿਕ ਕੌਂਸਲ ਦੇ ਵਿੱਚ ਕੋਈ ਵੀ ਕੰਮ ਕਰਾਉਣਾ ਹੋਵੇ, 8 10 15 ਗੇੜੇ ਉਹਨਾਂ ਨੂੰ ਮਾਰਨੇ ਪੈਂਦੇ, ਕਦੀ ਕੋਈ ਉਹਨਾਂ ਨੂੰ ਕਲਰਕ ਨਹੀਂ ਮਿਲਦਾ, ਕਦੀ ਕੋਈ ਅਧਿਕਾਰੀ ਨਹੀਂ ਮਿਲਦਾ, ਕਦੀ ਕੋਈ ਨਹੀਂ ਮਿਲਦਾ। ਅਸੀਂ ਇਹ ਚਾਹੁੰਦੇ ਹਾਂ ਕਿ ਮੂਵਮੈਂਟ ਰਜਿਸਟਰ ਲੱਗਣ ਦੇ ਨਾਲ ਸਾਡੇ ਟੋਟਲ EMPLOYEES ਦੀ ਇੱਕ ਰਿਸਪੌਂਸਿਬਿਲਟੀ ਬਣ ਜਾਵੇ ਕਿ ਜੇ ਕੰਮ ਤੇ ਜਾਣਾ ਹੈ ਤੇ ਪ੍ਰੋਪਰ ਕੰਮ ਕਰਕੇ ਵਾਪਸ ਆਵੇ ਤੇ ਸਾਡੇ ਨਗਰ ਵਾਸੀਆਂ ਦੇ ਕੰਮ ਵੀ ਪ੍ਰਾਇੋਰਟੀ ਦੇ ਹੋਣ। ਇਹ ਨਾ ਹੋਵੇ ਕਿ 10-10 ਦਿਨ ਕੋਈ ਬੰਦਾ ਇੱਕ ਐਪਲੀਕੇਸ਼ਨ ਲੈ ਕੇ ਹੋਵੇ ਕਿ ਮੈਂ ਈਓ ਸਾਹਿਬ ਦੇ ਸਾਈਨ ਕਰਾਉਣੇ ਆ ਜਾਂ ਮੈਂ ਕਿਸੇ ਹੋਰ ਅਫਸਰ ਦੇ ਸਾਈਨ ਕਰਾਉਣੇ ਆ ਜਾਂ ਮੈਂ ਕੰਮ ਕਰਾਉਣਾ ਹੈ, ਉਹਨੂੰ ਮਗਰ ਨਾ ਫਿਰਨਾ ਪਵੇ। ਮਗਰ ਨਾ ਫਿਰਨਾ ਪਵੇ। ਸਿੱਧੇ ਤੁਸੀਂ ਇੱਕ ਕਲਰਕ ਤੇ ਦੋਸ਼ ਲਾਏ ਆ, ਸਿੱਧੇ ਨਾਮ ਹੀ ਲਿਖਿਆ ਵਿੱਚ, ਕਲਰਕ ਤੇ ਦੋਸ਼ ਲਾਏ ਆ, ਉਹ ਕੀ ਕਾਰਨ? ਸੁਸ਼ੀਲ ਜੀ, ਉਹਦੇ ਵਾਸਤੇ ਹੈ ਕਿ ਜਿਸ ਤਰ੍ਹਾਂ ਸਾਡੀ 3/9 ਨੂੰ ਸਾਡੀ ਕਮੇਟੀ ਬਣੀ ਹੈ, ਉਸ ਤੋਂ ਬਾਅਦ ਅਸੀਂ ਪਹਿਲੀ ਚੈਕਿੰਗ 13/9 ਨੂੰ ਕੀਤੀ। ਉਸ ਤੋਂ ਬਾਅਦ ਜੋ ਸਾਨੂੰ ਉਹਨਾਂ ਮੂਵਮੈਂਟ ਰਜਿਸਟਰ ਦੇ ਵਿੱਚ ਸਾਨੂੰ ਡੈਫੀਸ਼ੀਐਂਸੀ ਮਹਿਸੂਸ ਹੋਈਆਂ, ਅਸੀਂ ਆਪਣੇ ਮਾਨਨੀय ਈਓ ਸਾਹਿਬ ਨੂੰ ਉਹ ਲਿਖ ਕੇ ਦਿੱਤੀਆਂ ਕਿ ਇਹਨਾਂ ਰਜਿਸਟਰਾਂ ਦੇ ਵਿੱਚ ਇਹ ਕਮੀਆਂ ਵਾ, ਉਹਨਾਂ ਨੂੰ ਰਿਮੂਵ ਕੀਤਾ ਜਾਏ। ਉਸ ਤੋਂ ਬਾਅਦ 23/9 ਨੂੰ ਫਿਰ ਦੁਬਾਰਾ ਚੈਕਿੰਗ ਕੀਤੀ ਗਈ। ਉਹ ਚੈਕਿੰਗ ਦੇ ਵਿੱਚ ਫਿਰ ਅਸੀਂ ਜੋ ਕਮੀਆਂ ਸੀ ਉਹਨੂੰ ਫੇਰ ਦੁਬਾਰਾ ਦਰਸਾਇਆ ਕਿ ਈਓ ਸਾਹਿਬ ਜੋ ਲਾਸਟ ਅਸੀਂ ਲੈਟਰ ਦਿੱਤਾ ਵਾ ਉਹਦੇ ਵਿੱਚ ਇਹ ਜੋ ਕਮੀਆਂ ਸੀ ਉਹ ਕਮੀਆਂ ਰਿਮੂਵ ਨਹੀਂ ਹੋਈਆਂ, ਇਹਨਾਂ ਨੂੰ ਰਿਮੂਵ ਕਰਾਇਆ ਜਾਏ। 23/9 ਤੋਂ ਬਾਅਦ ਜਦੋਂ ਅਸੀਂ ਦੁਬਾਰਾ ਲੈਟਰ ਇਸ਼ੂ ਕਰਕੇ ਉਹਨਾਂ ਨੂੰ ਦਿੱਤੀ ਮਾਨਨੀय ਈਓ ਸਾਹਿਬ ਨੂੰ, ਅਸੀਂ ਉਹ ਲੈਟਰ ਅਸੀਂ ਰਸੀਟ ਕਰਾਉਣੀ ਹੈ ਆਪਣੇ ਮਿਊਨਿਸਪਲ ਕੌਂਸਲ ਦੇ ਆਫਿਸ ਦੇ ਵਿੱਚ। ਉਹ ਸਾਡੀ ਜਨਰਲ ਕਮੇਟੀ ਜਿਹੜੀ ਹੈ, ਜਨਰਲ ਵਾਰਡ ਹੈ ਜਿਹਦੇ ਵਿੱਚ ਜਨਰਲ ਕੰਮ ਹੁੰਦੇ ਆ ਸਾਡੇ ਕਾਰਪੋਰੇਸ਼ਨ ਦੇ, ਉਹਦਾ ਇੰਚਾਰਜ ਹੈ ਹਿਮਾਂਸ਼ੂ ਅਰੋੜਾ। ਹਿਮਾਂਸ਼ੂ ਅਰੋੜਾ ਦੀ ਆਦਤ ਹੈ ਕਿ ਜਦੋਂ ਵੀ ਅਸੀਂ ਉਸ ਕਲਰਕ ਨੂੰ ਕੋਈ ਕੰਮ ਕਹਿੰਦੇ ਆ, ਉਹ ਸਾਡੀ ਹਰ ਗੱਲ ਨੂੰ ਇਗਨੋਰ ਕਰਦਾ। ਹਾਂ ਸਰ, ਤੁਹਾਨੂੰ ਲੱਗਦਾ ਕਿਸੇ ਦੇ ਦਬਾਅ ਥੱਲੇ ਕੰਮ ਕਰ ਰਿਹਾ? ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਜੀ, ਇਹ ਉਹਦੀ ਕੀ ਟੈਂਡੈਂਸੀ ਆ ਜਾਂ ਕੀ ਆ, ਲੇਕਿਨ ਮੈਂ ਇਸ ਗੱਲ ਕੋਈ ਨਾ ਕੋਈ ਦਬਾਅ ਤਾਂ ਹੋਊਗਾ, ਕੋਈ ਨਾ ਕੋਈ ਦਬਾਅ ਤਾਂ ਮੰਨਦੇ ਤੁਸੀਂ। ਸੁਸ਼ੀਲ ਜੀ, ਮੈਂ ਇੱਕ ਗੱਲ ਇਹ ਜ਼ਰੂਰ ਕਹਿਣਾ ਚਾਹਾਂਗਾ, ਦਬਾਅ ਉਹਦੇ ਪਿੱਛੇ ਕੋਈ ਨਾ ਹੋਵੇ, ਲੇਕਿਨ ਉਹਦੀ ਟੈਂਡੈਂਸੀ ਹੈ ਕਿ ਮੈਂ ਜਿੰਨੇ ਵੀ ਕਾਉਂਸਲਰ ਆ ਉਹਨਾਂ ਨੂੰ ਦਬਾਅ ਹੇਠ ਰੱਖਾਂ। ਲੇਕਿਨ ਇਹ ਜਿਹੜੇ ਕਾਉਂਸਲਰ ਹੁਣ ਇਸ ਵਾਰੀ 17 ਦੇ 17 ਆਏ ਆ, ਇਹ ਕਿਸੇ ਵੀ ਦਬਾਅ ਵਿੱਚ ਨਾ ਰਹਿਣਾ ਪਸੰਦ ਇਹਨਾਂ ਨੇ ਕੀਤਾ ਤੇ ਨਾ ਕਰਨਗੇ। ਅਸੀਂ ਸ਼ਹਿਰ ਦੀ ਬਿਹਤਰੀ ਵਾਸਤੇ ਕੰਮ ਕਰਾਂਗੇ, ਅਸੀਂ ਵਚਨਬੱਧ ਨਾਲ ਕੰਮ ਕਰਾਂਗੇ। ਸਰ, ਇੱਕੋ ਕਲਰਕ ਤੇ ਤੁਸੀਂ ਦੋਸ਼ ਲਾਇਆ, ਇੱਕ ਕਲਰਕ ਜਿਹਦਾ ਤੁਸੀਂ ਨਾਮ ਹੀ ਖੁਦ ਲੈ ਰਹੇ ਹੋ ਨਾਮ, ਠੀਕ ਹੈ ਨਹੀਂ, ਕੀ ਵਜ੍ਹਾ ਬਣੀ ਇਹਦੀ? ਉਹਦੀ ਵਜ੍ਹਾ ਇਹ ਹੈ ਸਰ ਕਿ ਜੇ ਅਸੀਂ ਕੋਈ ਡੈਫੀਸ਼ੀਐਂਸੀ ਸ਼ਹਿਰ ਦੀਆਂ ਕੋਈ ਮੁਸ਼ਕਲਾਂ ਦੀ ਐਪਲੀਕੇਸ਼ਨ ਅਸੀਂ ਇੱਕ ਰਸੀਡ ਕਰਾਉਂਦੇ ਹਾਂ ਤੇ ਉਸ ਕਲਰਕ ਦੀ, ਉਸ ਡਿਪਾਰਟਮੈਂਟ ਦੀ ਡਿਊਟੀ ਬਣਦੀ ਹੈ ਕਿ ਉਹ ਲੈਟਰ ਨੂੰ ਅੱਗੇ ਰਿਸਪੈਕਟਡ ਈਓ ਸਾਹਿਬ ਤੱਕ, ਰਿਸਪੈਕਟਡ ਪ੍ਰਧਾਨ ਜੀ ਤੱਕ ਪਹੁੰਚਾਵੇ। ਉਹ ਨਹੀਂ, ਕਹਿਣ ਦਾ ਮਤਲਬ ਤੁਹਾਡੇ ਉਹ ਲੈਟਰ ਅੱਗੇ ਪਹੁੰਚਦੇ ਨਹੀਂ ਰਹੇ? ਬਿਲਕੁਲ ਨਹੀਂ ਪਹੁੰਚੇ ਜੀ। ਉਹ ਦਬਾਅ ਥੱਲੇ ਰੱਖੇ ਗਏ, ਦਬਾ ਕੇ ਰੱਖੇ ਗਏ। ਇਹ ਦਬਾਅ ਥੱਲੇ ਕਹਿ ਸਕਦਾ, ਜਾਂ ਅਸੀਂ ਕਹਿ ਸਕਦੇ ਹਾਂ ਕਿ ਉਹਦੀ ਕੋਈ ਆਪਣੀ ਹੈ ਕਿ ਉਹ ਕਾਰਪੋਰੇਸ਼ਨ ਦਾ ਕੰਮ ਸੁਚਾਰੂ ਰੂਪ ਦੇ ਵਿੱਚ ਕਰਵਾਉਣਾ ਹੀ ਨਹੀਂ ਪਸੰਦ ਕਰਦਾ। ਹਿੰਮਤ ਜੀ, ਜੇ ਇੱਕ ਆਮ MC ਦਾ ਕੰਮ ਹੀ ਨਹੀਂ ਹੋ ਰਿਹਾ ਤੇ ਆਮ ਜਿਹੜਾ ਬੰਦਾ ਆਮ ਨਾਗਰਿਕ ਕਿੱਥੇ ਜਾਊਗਾ? ਸੁਸ਼ੀਲ ਜੀ, ਸਾਡਾ ਰਿਜ਼ਾਈਨ ਦੇਣ ਦਾ ਮਕਸਦ ਹੀ ਇਹ ਹੈ ਕਿ ਉਸ ਕਲਰਕ ਨੂੰ ਜਿਹਦਾ ਨਾਮ ਹਿਮਾਂਸ਼ੂ ਅਰੋੜਾ ਹੈ, ਉਹਨੂੰ ਅਸੀਂ ਇਹੀ ਦੱਸਣਾ ਚਾਹੁੰਦੇ ਹਾਂ ਕਿ ਤੂੰ ਇੱਕ ਕਾਉਂਸਲਰ ਨੂੰ ਮਨਾ ਕਰ ਰਿਹਾ ਜਦ ਕਿ ਤੇਰੀ ਇੱਕ ਜ਼ਿੰਮੇਵਾਰੀ ਹੈ ਕਿ ਸਾਡੇ ਨਕੋਦਰ ਦੇ ਹਰ ਨਾਗਰਿਕ ਦਾ ਕੰਮ ਤੂੰ ਪਹਿਲ ਦੇ ਆਧਾਰ ਤੇ ਕਰਨਾ ਹੈ। ਜੇ ਤੂੰ ਇੱਕ ਕਾਉਂਸਲਰ ਦਾ ਕੰਮ ਨਹੀਂ ਕਰ ਰਿਹਾ ਤੇ ਇੱਕ ਨਾਗਰਿਕ ਦਾ ਕੰਮ ਕਿੱਦਾਂ ਕਰੇਗਾ? ਸਿੱਧੇ ਤੁਸੀਂ ਇੱਕ ਕਲਰਕ ਦਾ ਨਾਮ ਹੀ ਲੈ ਰਹੇ ਹੋ, ਉਹ 'ਤੇ ਇਲਜ਼ਾਮ ਵੀ ਲਾ ਰਹੇ ਹੋ। ਤਾਂ ਲੱਗਦਾ ਇਸ ਤੋਂ ਪਹਿਲੇ ਵੀ ਕੋਈ ਇੱਦਾਂ ਦਾ ਗੜਬੜ ਕਿਸ ਤਰ੍ਹਾਂ ਦੀ ਹੁੰਦੀ ਰਹੀ ਹੋ? ਗੜਬੜ ਦੇਖੋ ਜੀ, ਜੋ ਮੇਰੇ ਪ੍ਰਧਾਨ ਜੀ ਨੇ, ਜੋ ਮੇਰੇ ਰਿਸਪੈਕਟਡ ਈਓ ਸਾਹਿਬ ਨੇ ਮੇਰੀ ਜ਼ਿੰਮੇਵਾਰੀ ਲਗਾਈ ਹੈ, ਮੈਂ ਉਹਦੇ ਉੱਤੇ ਵਚਨਬੱਧ ਹਾਂ। ਮੈਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਦੇ ਨਿਰਦੇਸ਼ਾਂ ਅਨੁਸਾਰ ਮੈਂ ਕੰਮ ਕਰਨਾ ਵਾ। ਨਹੀਂ, ਜੇ ਕੰਮ ਕਰਨਾ ਫਿਰ ਅਸਤੀਫਾ ਦੇਣ ਦਾ ਮਤਲਬ ਨਹੀਂ ਸੀ। ਅਸਤੀਫਾ ਦੇਣ ਦਾ ਮਕਸਦ ਇਹ ਇਸ ਕਰਕੇ ਹੈ ਕਿ ਜੇ ਸਾਡੇ ਕਾਗਜ਼ਾਂ ਨੂੰ, ਜੇ ਸਾਡੀ ਇੱਕ ਰਿਟਨ ਐਪਲੀਕੇਸ਼ਨ ਨੂੰ ਉਹ ਬੰਦਾ ਆਪਣੇ ਆਫਿਸਰਸ ਤੱਕ ਨਹੀਂ ਪਹੁੰਚਾ ਰਿਹਾ ਤੇ ਫਿਰ ਅਸੀਂ ਉਸ ਕਮੇਟੀ ਤੋਂ ਕੀ ਲੈਣਾ? ਅਸੀਂ ਇਸ ਗੱਲ ਨੂੰ ਪ੍ਰਧਾਨ ਜੀ ਨੂੰ, ਰਿਸਪੈਕਟਡ ਈਓ ਸਾਹਿਬ ਨੂੰ, ਆਪਣੇ ਹਲਕਾ ਇੰਚਾਰਜ ਸਰਦਾਰ ਅਮਰਜੀਤ ਸਿੰਘ ਸਮਰਾਜ ਸਾਹਿਬ ਨੂੰ, SDM ਸਾਹਿਬ ਨੂੰ, DC ਸਾਹਿਬ ਨੂੰ, ਮਾਨਯੋਗ ਮੁੱਖ ਮੰਤਰੀ ਸਾਡੇ ਚਰਨਜੀਤ ਚੰਨੀ ਜੀ ਨੂੰ
ਇਸ ਤੋਂ ਇਲਾਵਾ ਹੋਰ ਵੀ ਆਫਿਸਿਸ ਦੇ ਵਿੱਚ ਹਿੰਮਤ ਜੀ ਗੱਲਾਂ 'ਚ ਲੱਗ ਰਿਹਾ ਕਿ ਬੰਦਾ ਕੋਈ ਤੁਹਾਨੂੰ ਦਬਾਅ ਦੇ ਵਿੱਚ ਕੰਮ ਕਰ ਰਿਹਾ ਕਿਸੇ ਸਿਆਸੀ ਪਾਰਟੀ ਦਾ ਹੈ। ਮੈਂ ਇਹਦੇ ਵਿੱਚ ਮੈਂ ਕੁਝ ਨਹੀਂ ਕਰਨਾ ਚਾਹਾਂਗਾ। ਮੈਨੂੰ ਉਹਦੇ ਦਬਾਅ ਦੇ ਨਾਲ ਕੋਈ ਮਤਲਬ ਨਹੀਂ ਹੈ ਸਰ। ਮੈਨੂੰ ਸੁਸ਼ੀਲ ਜੀ ਮਤਲਬ ਹੈ ਆਪਣੇ ਸ਼ਹਿਰ ਨਾਲ, ਆਪਣੀ ਵਾਰਡ ਨਾਲ, ਆਪਣੇ ਸ਼ਹਿਰ ਦੇ ਇੱਕ ਇੱਕ ਨਾਗਰਿਕ ਦੇ ਨਾਲ। ਮੇਰੀ ਵਾਰਡ ਦਾ ਕੰਮ ਹੋਣਾ ਚਾਹੀਦਾ, ਮੇਰੇ ਸ਼ਹਿਰ ਦਾ ਕੰਮ ਹੋਣਾ ਚਾਹੀਦਾ। ਕੋਈ ਜਿਹੜਾ ਵੀ ਇੰਪਲਾਈ ਮੇਰੇ ਸ਼ਹਿਰ ਦੇ ਕੰਮ ਨਹੀਂ ਸਮਝੇਗਾ, ਮੈਂ ਉਹਦੇ ਅਗੇਂਸਟ ਗੱਲ ਕਵਾਂਗਾ, ਚਾਹੇ ਉਹ ਹਿਮਾਂਸ਼ੂ ਅਰੋੜਾ ਹੋਵੇ, ਚਾਹੇ ਕੋਈ ਹੋਵੇ। ਇਸ ਤੋਂ ਇਲਾਵਾ ਵੀ ਲੱਗਦਾ ਤੇ ਨਗਰ ਕੌਂਸਲ 'ਚ ਕੋਈ ਗੜਬੜਾਂ ਹੋ ਰਹੀਆਂ। ਸਰ ਗੜਬੜਾਂ ਜੋ ਵੀ ਹੋ ਰਹੀਆਂ ਸਰ ਤੁਹਾਨੂੰ ਵੀ ਪਤਾ ਹੈ, ਲੇਕਿਨ ਸਾਡੀ ਕੋਸ਼ਿਸ਼, ਸਾਡੇ ਮਾਨਯੋਗ ਪ੍ਰਧਾਨ ਜੀ ਸ਼੍ਰੀ ਨਵਨੀਤ ਨੀਤਾ ਜੀ, ਸਾਡੇ ਹਲਕਾ ਇੰਚਾਰਜ, ਸਾਡੇ ਨਾਲ ਜਿੰਨੀ ਸਾਡੀ ਕੌਂਸਲ ਦੀ ਟੀਮ ਹੈ, ਸਾਰੀ ਹੀ ਬੜੀ ਇਸ ਗੱਲ ਨੂੰ ਚਾਹੁੰਦੀ ਹੈ ਕਿ ਅਸੀਂ ਸ਼ਹਿਰ ਦੇ ਵਾਸਤੇ ਕੋਈ ਨਵਾਂ ਕੰਮ ਕਰੀਏ। ਜੋ ਪੁਰਾਣੀਆਂ ਮੁਸ਼ਕਲਾਂ ਆ ਰਹੀਆਂ ਸ਼ਹਿਰ ਵਾਸੀਆਂ ਨੂੰ, ਜੋ ਗੜਬੜਾਂ ਹੋਈਆਂ, ਉਹਨਾਂ ਗੜਬੜਾਂ ਨੂੰ ਪਰੇ ਕਰਕੇ ਇੱਕ ਅਲੱਗ ਨਕੋਦਰ ਨੂੰ ਨੁਹਾਰ ਦਈਏ। ਸ਼ਰਮਾ ਜੀ, ਸਾਫ ਸੁਥਰਾ ਛਵੀ ਆ ਤੁਹਾਡੀ, ਬਿਲਕੁਲ ਸਾਫ ਸੁਥਰੀ ਆ, ਬਹੁਤ ਕੰਮ ਤੁਸੀਂ ਕਰਦੇ ਹੋ। ਸ਼ਹਿਰ ਦੀਆਂ ਸਮੱਸਿਆਵਾਂ ਤਾਂ ਬਹੁਤ ਆ। ਟ੍ਰੈਫਿਕ ਦੇਖ ਲਓ, ਤੁਹਾਡੇ ਘਰ ਤੋਂ ਜਾਣ ਲੱਗਿਆ ਜੀ ਮੇਰੇ ਖਿਆਲ ਬੱਸ ਅੱਡੇ ਤੱਕ ਨਹੀਂ ਬੰਦਾ ਛੇਤੀ ਪਹੁੰਚ ਸਕਦਾ, ਜਾਂ ਸੜਕਾਂ ਦਾ ਰੌਲਾ ਪਾਉਣ ਰਹੇ, ਸਾਰੀਆਂ ਸੜਕਾਂ ਟੁੱਟੀਆਂ ਆ। ਆਪਾਂ ਨਵੀਆਂ ਸੜਕਾਂ ਦੇ ਨਾਂ ਰੱਖ ਰਹੇ ਹਾਂ, ਸੜਕਾਂ ਆਪਣੀਆਂ ਬਾਹਰਲੀਆਂ ਸਹੀ ਨਹੀਂ ਹੋ ਰਹੀਆਂ। ਸੁਸ਼ੀਲ ਜੀ, ਇਹਦੇ ਵਾਸਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ, ਸਾਡੇ ਮਾਨਯੋਗ ਪ੍ਰਧਾਨ ਜੀ, ਉਹਨਾਂ ਦੇ ਨਾਲ ਸਾਡੇ ਕੌਂਸਲ ਦੇ ਇੱਕ ਇੱਕ ਮੈਂਬਰ, ਉਹਨਾਂ ਦੇ ਨਾਲ ਸਾਡੇ ਸ਼ਹਿਰ ਦੇ ਸਮਾਜ ਸੇਵਕ, ਜਿਨ੍ਹਾਂ ਵਿੱਚੋਂ ਮੇਨ ਰੂਪ ਦੇ ਵਿੱਚ ਮੈਂ ਨਾਮ ਲੈਣਾ ਚਾਹਾਂਗਾ ਸ਼੍ਰੀ ਗੌਰਵ ਜੈਨ ਜੀ, ਜਿਹੜੇ ਕਿ ਬੜੇ ਹੀ ਇਸ ਗੱਲ ਨੂੰ ਅਗਰੈਸਿਵ ਨੇ ਕਿ ਅਸੀਂ ਆਪਣੇ ਸ਼ਹਿਰ ਦਾ ਜਿਹੜਾ ਟ੍ਰੈਫਿਕ ਸਿਸਟਮ ਆ, ਜੋ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਦੇ ਅੱਗੇ ਡੇਲੀ ਬੇਸਿਸ 'ਤੇ ਰੈਂਟਲ ਪਲੇਟਫਾਰਮ ਲਗਾਏ ਹੋਏ ਆ, ਅਸੀਂ ਉਹਨਾਂ ਨੂੰ ਨਕੋਦਰ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਇਸ ਤਰ੍ਹਾਂ ਹੋਇਆ ਵਾ ਕਿ ਪ੍ਰਧਾਨ ਜੀ ਗੌਰਵ ਜੈਨ ਜੀ ਤੇ ਸਾਡੀ ਕੌਂਸਲ ਦੀ ਟੀਮ ਨੇ, ਸਾਡੇ ਵਾਈਸ ਪ੍ਰਧਾਨ ਪਵਨ ਗਿੱਲ ਜੀ। ਇੱਕ ਮਿੰਟ ਸ਼ਰਮਾ ਜੀ, ਲੋਕੀ ਤਾਂ ਕਹਿੰਦੇ ਵੀ ਗੱਲਾਂ ਹੀ ਹੁੰਦੀਆਂ ਆ, ਕਰਕੇ ਨਹੀਂ ਕੁਝ ਦਿਖਾਉਂਦੇ। ਲੋਕਾਂ ਦਾ ਇਹ ਕਹਿਣਾ, ਲੋਕਾਂ ਦਾ ਜਦੋਂ ਕਮੈਂਟ ਆਉਂਦੇ ਨਾ ਖਬਰਾਂ ਦੇ ਥੱਲੇ, ਕਮੈਂਟ ਇਦਾਂ ਦੇ ਆਉਂਦੇ ਆ ਵੀ ਇਹ ਕਹਿ ਦਿੰਦੇ ਆ ਦੁਕਾਨਦਾਰਾਂ ਨੂੰ ਦੁਕਾਨਾਂ ਪਿੱਛੇ ਕਰੋ, ਜਾਂ ਰੇਹੜੀਆਂ ਲੈਣ ਰੇਹੜੀ ਵੀ ਮਾਰਕੀਟ 'ਚ ਆ ਜਾਓ, ਪਰ ਕਹਿੰਦੇ ਹੁੰਦਾ ਕੁਝ ਨਹੀਂ। ਹੁਣ ਤੁਸੀਂ ਇੱਕ ਕਲਰਕ ਤੇ ਕਿਸੇ ਦਬਾਅ ਦੇ ਨਾਲ ਇਲਜ਼ਾਮ ਲਾ ਰਹੇ ਹੋ। ਮੈਂ ਇਸ ਦੁਆ ਦੇ ਨਾਲ ਨਹੀਂ ਲਗਾ ਰਿਹਾ ਜੀ। ਮੈਂ ਤੁਹਾਨੂੰ ਇਹ ਗੱਲ ਫੇਰ ਮੈਂ ਰਿਪੀਟ ਕਰਨ ਜਾ ਰਿਹਾ ਕਿ ਸਾਡੀ ਪ੍ਰਧਾਨ ਜੀ, ਸਾਡੇ ਕੌਂਸਲ ਦੇ ਇੱਕ ਇੱਕ ਕੌਂਸਲਰ ਦਾ ਇੱਕੋ ਹੀ ਮੋਟੋ ਆ ਕਿ ਅਸੀਂ ਆਪਣੇ ਸ਼ਹਿਰ ਨੂੰ ਫੈਸਿਲਿਟੀ ਦੇਣੀ ਹੈ, ਲੇਕਿਨ ਅਸੀਂ ਪਹਿਲਾਂ ਤੰਗ ਨਹੀਂ ਕਰਨਾ। ਲੇਕਿਨ ਸਭ ਤੋਂ ਪਹਿਲਾਂ ਅਸੀਂ ਉਹਨਾਂ ਨੂੰ ਹੱਥ ਜੋੜ ਕੇ ਰਿਕੁਐਸਟ ਕਰਨੀ ਹੈ ਕਿ ਸਰ ਇਹ ਤੁਹਾਡੀ ਕਮੀ ਹੈ, ਇਸ ਕਮੀ ਨੂੰ ਤੁਸੀਂ ਰਿਮੂਵ ਕਰੋ। ਇੱਕ ਵਾਰੀ ਕਵਾਂਗੇ, ਦੋ ਵਾਰੀ ਕਵਾਂਗੇ, ਜਿਸ ਤਰ੍ਹਾਂ ਤੁਸੀਂ ਰੇਹੜੀ ਦੀ ਗੱਲ ਕੀਤੀ, ਟ੍ਰੈਫਿਕ ਦੀ ਕੰਮ ਕੀਤੀ ਆ। ਅਸੀਂ MC ਚੌਂਕ ਤੋਂ ਲੈ ਕੇ ਦੱਖਣੀ ਗੇਟ ਤੱਕ ਨਕੋਦਰ ਇਤਿਹਾਸ 'ਚ ਪਹਿਲੀ ਵਾਰੀ ਹੋਇਆ ਕਿ ਕੌਂਸਲਰ ਕੱਲੀ ਦੁਕਾਨ ਤੇ ਜਾ ਕੇ ਕਹਿ ਕੇ ਆਇਆ, ਸਰ ਤੁਸੀਂ ਇਹਨਾਂ ਨੂੰ। ਸਰ ਉਹ ਤਾਂ ਕਹਿੰਦੇ ਕਹਿ ਜਾਂਦੇ 4 ਦਿਨ ਬਾਅਦ ਫਿਰ ਕੁਝ ਨਹੀਂ ਹੁੰਦਾ, ਕਹਿ ਕੇ ਚਲੇ ਜਾਂਦੇ ਆ, ਫਿਰ ਉਹ ਜਾਨੀ ਕਹਦੇ ਉਹ ਗੱਡੀ ਉੱਥੇ ਦੀ ਉੱਥੇ। ਸਰ ਉਹਦੇ ਵਾਸਤੇ ਮੈਂ ਤੁਹਾਨੂੰ ਇਹ ਗੱਲ ਆਸ਼ਵਾਸਨ ਦਿੰਦਾ ਵਾਂ ਕਿ ਜੇ ਕੌਂਸਲਰ 2 ਵਾਰੀ ਆਪ ਜਾ ਕੇ ਆਏ ਆ, ਸਾਡੀ ਕੌਂਸਲ ਦੀ 4 ਵਾਰੀ ਟੀਮ ਕੱਲੀ ਦੁਕਾਨ ਤੇ ਜਾ ਕੇ ਕਹਿ ਕੇ ਆਈ ਆ, ਜੇ ਸਾਡੇ ਸ਼ਹਿਰ ਦੇ ਨਿਵਾਸੀ ਇਹ ਉਹਦੇ ਵਿੱਚ ਮੁਸ਼ਕਲ ਮਹਿਸੂਸ ਕਰਦੇ ਆ। ਹੁਣ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਮਾਨਯੋਗ SDM ਸਾਹਿਬ, ਸਾਡੇ ਹਲਕਾ ਇੰਚਾਰਜ ਸਰਦਾਰ ਅਮਰਜੀਤ ਸੰਗਰਾ ਜੀ, ਅਸੀਂ ਬਹੁਤ ਹੀ ਜ਼ਿਆਦਾ ਚਿੰਤਿਤ ਇਸ ਗੱਲ 'ਤੇ। ਅਸੀਂ ਖੁਦ ਜਾ ਕੇ ਹੁਣ ਥੋੜ੍ਹੇ ਜਿਹੇ ਸਖਤ ਸਟੈਪ ਵੀ ਲਵਾਂਗੇ, ਚਾਹੇ ਉਹ ਚਲਾਨ ਦੇ ਰੂਪ 'ਚ ਹੋਵੇ, ਚਾਹੇ ਕਿਸੇ ਵੀ ਤਰੀਕੇ ਦਾ ਹੋਵੇ। ਚਲੋ ਦੁਬਾਰਾ ਹਾਂ ਆਪਾਂ ਉੱਥੇ ਨਗਰ ਕੌਂਸਲ 'ਤੇ ਹੀ ਆ ਜਾਂਦੇ ਹਾਂ ਦੁਬਾਰਾ। ਜੀ ਸਰ, ਜਿਹੜੇ ਕਲਰਕ 'ਤੇ ਤੁਸੀਂ ਇਲਜ਼ਾਮ ਲਾਏ ਆ, ਇਹਦੀਆਂ ਹੁਣ ਸ਼ਿਕਾਇਤਾਂ ਕਿੱਥੇ ਕੀਤੀਆਂ ਤੁਸੀਂ? ਸਰ ਇਹਨਾਂ ਦੀਆਂ ਸ਼ਿਕਾਇਤਾਂ ਸਭ ਤੋਂ ਪਹਿਲਾਂ ਤਾਂ ਮੈਂ SDM ਸਾਹਿਬ ਨੂੰ, DC ਸਾਹਿਬ ਨੂੰ, ਉਹਨਾਂ ਤੋਂ ਵੀ ਪਹਿਲਾਂ ਮੈਂ ਆਪਣੇ ਮਾਨਯੋਗ ਪ੍ਰਧਾਨ ਜੀ ਨੂੰ, EO ਸਾਹਿਬ ਨੂੰ, ਡਾਇਰੈਕਟਰ ਸਥਾਨਕ ਸਰਕਾਰਾਂ, ਮਿਨਿਸਟਰ ਸਥਾਨਕ ਸਰਕਾਰ ਪੰਜਾਬ, ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ, ਇਹਨਾਂ ਨੂੰ ਮੈਂ ਕੰਪਲੇਂਟ ਉਹਨਾਂ ਦੀ ਕਰ ਦਿੱਤੀ ਹੈ। ਕੰਪਲੇਂਟ ਹੁਣ ਕੀ ਇਹਦੇ 'ਚ ਮਕਸਦ ਕੀ ਤੁਹਾਡਾ, ਕੀ ਡਿਮਾਂਡ ਕੀ ਤੁਹਾਡੀ? ਸਰ ਮੇਰੀ ਡਿਮਾਂਡ ਇਹ ਹੈ ਕਿ ਜਿਹੜਾ ਇਨਸਾਨ ਸਾਡੇ ਨਗਰ ਕੌਂਸਲ ਦੇ ਕੰਮ ਦੇ ਵਿੱਚ ਇੱਕ ਵਾਅਦਾ ਬਣਦਾ ਵਾ, ਉਹਨੂੰ ਆਪਣੀ ਸੀਟ 'ਤੇ ਰਹਿਣ ਦਾ ਹੱਕ ਨਹੀਂ। ਵਾਅਦਾ, ਇਹਦਾ ਮਤਲਬ ਵਾਅਦਾ ਪਹਿਲੇ ਵੀ ਬਣਦਾ ਰਿਹਾ, ਇਹਦਾ ਮਤਲਬ ਤੁਹਾਡਾ ਇਹ ਕਹਿਣ ਦਾ ਮਤਲਬ ਆ? ਨਹੀਂ, ਇਹ ਕਹਿਣ ਦਾ ਮਤਲਬ ਇਹੀ ਹੈ ਨਾ ਵੀ ਵਾਅਦਾ ਬਣਦਾ ਰਿਹਾ ਜਾਣੀ ਕਿ ਰੁਕਾਵਟਾਂ ਬਹੁਤ ਸਾਰੀਆਂ ਇਸ ਤੋਂ। ਜੇ ਹੁਣ ਤੁਸੀਂ ਮੰਨਦੇ ਹੋ ਰੁਕਾਵਟਾਂ ਇਹ ਕਰਦਾ ਰਿਹਾ, ਬਿਲਕੁਲ ਕਰਦਾ ਰਿਹਾ, ਇਹਦਾ ਮਤਲਬ ਇਸ ਤੋਂ ਪਹਿਲੇ ਵੀ ਤੁਸੀਂ ਮੰਨਦੇ ਰੁਕਾਵਟਾਂ ਹੁੰਦੀਆਂ ਰਹੀਆਂ? ਦੇਖੋ ਜੀ, ਮੈਂ ਆਪਣੇ ਨਾਲ ਜੋ ਪ੍ਰੈਕਟੀਕਲ ਗੱਲ ਹੋਈ ਹੈ, ਮੈਂ ਪ੍ਰੈਕਟੀਕਲ ਦੱਸ ਦਿਓ, ਪ੍ਰੈਕਟੀਕਲ ਇੱਕ ਵਾਰੀ ਫਿਰ ਦੱਸ ਦਿਓ ਪ੍ਰੈਕਟੀਕਲ। ਮੈਂ ਉਸ ਗੱਲ ਦੀ ਪ੍ਰੈਕਟੀਕਲ ਗੱਲ ਹੋਈ, ਜੇ ਇੱਕ ਕਾਉਂਸਲਰ ਦੀਆਂ ਲੈਟਰਸ ਉਹ ਆਪਣੇ ਰਿਸਪੈਕਟਡ ਸੀਨੀਅਰਸ ਨੂੰ, EO ਸਾਹਿਬ ਨੂੰ, ਆਪਣੇ ਰਿਸਪੈਕਟਡ ਸਾਡੇ ਪ੍ਰਧਾਨ ਜੀ ਤੱਕ ਨਹੀਂ ਪਹੁੰਚਾ ਸਕਦਾ, ਉਹ ਇਨਸਾਨ ਤਾਂ ਉਸ ਕਲਰਕ ਨੂੰ ਕੀ ਫਾਇਦਾ?
ਕਲਰਕ ਨੂੰ ਕੀ ਫਾਇਦਾ ਜਿਹੜਾ ਉਹ ਆਪਣੇ ਈਓ ਤੱਕ ਜਾਂ ਪ੍ਰਧਾਨ ਨੂੰ ਨਹੀਂ ਪਹੁੰਚਾ ਸਕਦਾ? ਸਰ ਕਲਰਕ ਨੂੰ ਸੁਸ਼ੀਲ ਜੀ ਇਹ ਫਾਇਦਾ ਹੈ, ਉਹ ਚਾਹੁੰਦਾ ਹੈ ਕਿ ਜਿਹੜੇ ਇਹ ਕੌਂਸਲਰ ਜਿਹੜੇ 17 ਬਣ ਕੇ ਆਏ ਆ, ਇਹ ਉਹਦੇ ਅੱਖ ਦੇ ਇਸ਼ਾਰੇ ਤੇ ਚੱਲਣ, ਉਂਗਲੀਆਂ ਦੇ ਉੱਤੇ ਚੱਲਣ। ਜੇ ਉਹ ਕਹੇ ਦਿਨ ਹੈ ਤੇ ਦਿਨ ਹੈ, ਕਿਉਂਕਿ ਉਹ ਕੌਂਸਲ ਨੂੰ ਟੋਟਲੀ ਕੌਂਸਲ ਨੂੰ ਆਪ ਚਲਾ ਰਿਹਾ ਹੈ। ਸਰ ਇੱਕ ਕਲਰਕ ਹੈ, ਉਹ ਐਸਡੀਐਮ ਥੋੜੀ ਲੱਗੇ ਆਪਣੇ ਤੇ। ਸਰ ਲੱਗ ਤਾਂ ਨਹੀਂ ਗਿਆ, ਲੇਕਿਨ ਉਹ ਆਪਣੇ ਆਪ ਨੂੰ ਟ੍ਰੇਡ ਰਿਸਪੈਕਟ ਮਾਨਯੋਗ ਐਸਡੀਐਮ ਸਾਹਿਬ ਤੋਂ ਵੀ ਵੱਧ ਸਮਝਦਾ ਹੈ। ਅਸੀਂ ਕਦੀ ਉਹਨੂੰ ਪੁੱਛ ਲਈਏ ਸੀਟ ਤੇ ਨਹੀਂ ਹੈ, ਕਿੱਥੇ ਗਿਆ ਜੀ, ਮੈਂ ਐਸਡੀਐਮ ਸਾਹਿਬ ਕੋ ਗਿਆ। ਦੇਖੋ ਅਸੀਂ ਇੱਕ ਮਾਨਯੋਗ ਐਸਡੀਐਮ ਸਾਹਿਬ ਤੱਕ ਸਾਡੀ ਇਹ ਨਹੀਂ ਕਿ ਅਸੀਂ ਉਹਨਾਂ ਦੇ ਨਾਮ ਨੂੰ ਦੁਬਾਰਾ ਚੈੱਕ ਕੀਤਾ ਜਾਏ ਕਿ ਐਸਡੀਐਮ ਸਾਹਿਬ ਕੋ ਗਿਆ ਵੀ ਹੈ ਕਿ ਨਹੀਂ ਗਿਆ। ਜਦੋਂ ਵੀ ਇਹਨੂੰ ਦੇਖਦੇ ਹਾਂ, ਕਦੀ ਐਸਡੀਐਮ ਸਾਹਿਬ ਦਾ ਨਾਮ ਲਗਾ ਦਿੰਦਾ, ਕਦੀ ਇਹ ਕਹਿ ਦਿੰਦਾ ਮੈਂ ਏਡੀਸੀ ਸਾਹਿਬ ਕੋ ਜਾ ਰਿਹਾ, ਕਦੀ ਕਹਿ ਰਿਹਾ ਮੈਂ ਡੀਸੀ ਸਾਹਿਬ ਕੋ ਮੀਟਿੰਗ ਤੇ ਜਾ ਰਿਹਾ, ਲੇਕਿਨ ਕਰ ਰਿਹਾ ਆਪਣੇ ਪਰਸਨਲ ਕੰਮ ਰਿਹਾ ਹੁੰਦਾ। ਇਹ ਤੁਹਾਡਾ ਕਹਿਣਾ ਵੀ ਪਰਸਨਲ ਕੰਮ ਕਰ ਰਿਹਾ ਹੁੰਦਾ? ਬਿਲਕੁਲ ਕਰ ਰਿਹਾ ਹੁੰਦਾ। ਸਰ ਕੀ ਹੁਣ ਸਾਡੇ ਚੈਨਲ ਦੇ ਦਰਸ਼ਕਾਂ ਨੂੰ ਕੀ ਤੁਸੀਂ ਕਹਿਣਾ ਚਾਹੋਗੇ? ਅੱਜ ਤੁਹਾਡੀ ਖਬਰ ਵੀ ਲੱਗੀ ਆ ਅਖਬਾਰ ਦੇ, ਇੱਕ ਮੇਨ ਅਖਬਾਰ ਦੇ ਵਿੱਚ ਵੀ ਖਬਰ ਲੱਗੀ ਆ, ਬਹੁਤ ਮੁੱਦਾ ਗਰਮਾਇਆ ਆ। ਹੋ ਸਕਦਾ ਆਪਣਾ ਪੱਖ ਉਹ ਵੀ ਰੱਖੇ, ਕਲਰਕ ਵੀ ਰੱਖੇ, ਹੋ ਸਕਦਾ। ਬਿਲਕੁਲ ਰੱਖੇ। ਦੇਖੋ ਜੀ, ਲੋਕਤੰਤਰ ਦੇਸ਼ ਆ, ਜੇ ਮੈਂ ਉਸ ਦੇ ਉੱਤੇ ਕੋਈ ਐਲੀਗੇਸ਼ਨ ਲਗਾਇਆ ਹੈ ਤੇ ਉਹਦਾ ਪੱਖ ਉਹਦਾ ਰੱਖਣਾ ਹੱਕ ਹੈ, ਲੇਕਿਨ ਮੈਂ ਇਹ ਚਾਹਾਂਗਾ ਕਿ ਜੋ ਜ਼ਿੰਮੇਵਾਰੀ ਵਿਦ ਪ੍ਰੂਫ ਤੁਹਾਡੇ ਕੋਲ? ਮੇਰੇ ਕੋਲ ਵਿਦ ਪ੍ਰੂਫ ਆ ਸਰ ਜੀ। ਮੈਂ ਵਿਦ ਪ੍ਰੂਫ, ਮੇਰੇ ਕੋਲ ਲੈਟਰਸ ਨੇ ਜੋ ਮੈਨੂੰ ਮਾਨਯੋਗ ਮੇਰੇ ਪ੍ਰਧਾਨ ਜੀ ਨੇ ਜਾਂ ਈਓ ਸਾਹਿਬ ਨੇ ਮੈਨੂੰ ਇਸ਼ੂ ਕੀਤੇ ਹੋਏ ਨੇ, ਜਾਂ ਉਹਨਾਂ ਦੇ ਅਗੇਂਸਟ ਮੈਂ ਲੈਟਰ ਉਹਨਾਂ ਨੂੰ ਇਸ਼ੂ ਕੀਤੇ ਹੋਏ ਨੇ। ਮੈਨੂੰ ਜੋ ਉਹਨਾਂ ਦਾ ਉਤਾਰਾ ਨਹੀਂ ਕੀਤਾ ਗਿਆ, ਉਹਦੇ ਅਗੇਂਸਟ ਕੱਲ੍ਹ ਦੀ ਜੋ ਮੇਰੀ ਐਪਲੀਕੇਸ਼ਨ ਦਿੱਤੀ ਹੈ, ਉਹ ਵੀ ਲਾਸਟ ਦੇ ਵਿੱਚ ਮੇਰੇ ਕੋਲ ਪਈ ਆ। ਸਰ ਜੇ ਇਹਦਾ ਹੱਲ ਕੋਈ ਨਹੀਂ ਹੁੰਦਾ ਫਿਰ ਕਿ ਇੱਥੇ ਖੜੇ ਆਪਾਂ? ਸਰ ਹੱਲ ਕਿਉਂ ਨਹੀਂ ਹੋਏਗਾ? ਅਸੀਂ ਕੌਂਸਲਰ ਜੇ ਨਹੀਂ, ਮੈਂ ਇਹ ਗੱਲ ਕਰਦਾ, ਜੇ ਨਹੀਂ ਹੁੰਦਾ ਤੁਸੀਂ ਤਾਂ ਆਪਣਾ ਸੀਐਮ ਤੱਕ ਪਾਤੀ, ਲੈਟਰ ਪਾਤੀ ਨਾ ਕਲਰਕ ਦੇ ਖਿਲਾਫ। ਜੇ ਇਹਦਾ ਨਹੀਂ ਹੱਲ ਕੋਈ ਹੁੰਦਾ ਫਿਰ? ਦੇਖੋ ਇਸ ਤਰ੍ਹਾਂ ਜੀ, ਅਸੀਂ ਇੱਕ ਆਵਾਮ ਦੀ ਆਵਾਜ਼ ਹਾਂ। ਸਾਡੇ ਸ਼ਹਿਰ ਦੇ ਵਿੱਚ ਜੇ 30,000 34,000 ਲੋਕਾਂ ਦਾ ਇਹ ਨਕੋਦਰ ਸ਼ਹਿਰ ਹੈ, ਜੇ ਉਹਨਾਂ ਜਿੱਤ ਕੇ 17 ਬੰਦਿਆਂ ਨੂੰ ਭੇਜਿਆ, ਜੇ ਉਹਨਾਂ ਦੀ ਆਵਾਜ਼ ਵੀ ਸਾਡੀ ਸਰਕਾਰ ਨਹੀਂ ਸੁਣੇਗੀ, ਫਿਰ ਸਾਡਾ ਸਰਕਾਰ ਨਾਲ ਅਸੀਂ ਕੋਈ ਨਾ ਕੋਈ ਉਹਦਾ ਹੋਰ ਆਲਟਰਨੇਟ ਲਵਾਂਗੇ। ਅਸੀਂ ਉੱਪਰ ਤੱਕ ਜਾ ਕੇ ਪਰਸਨਲੀ ਸੀਐਮ ਸਾਹਿਬ ਨੂੰ ਮਿਲਾਂਗੇ। ਸਭ ਤੋਂ ਪਹਿਲਾਂ ਤਾਂ ਸਾਡੀ ਗੁਜ਼ਾਰਿਸ਼, ਜਿਹੜੇ ਸਾਡੇ ਰਿਲੇਟਿਡ ਡਿਪਾਰਟਮੈਂਟ ਆ, ਅਸੀਂ ਉਹਨਾਂ ਨਾਲ ਗੱਲ ਕਰਾਂਗੇ। ਲੇਕਿਨ ਮੈਂ ਕਲੀਅਰਲੀ ਤੌਰ 'ਤੇ ਕਹਿਣਾ ਚਾਹਾਂਗਾ ਕਿ ਜਿਹੜਾ ਬੰਦਾ ਸਾਡੇ ਸ਼ਹਿਰ ਵਾਸਤੇ ਕੰਮ ਕਰੇਗਾ, ਉਹਨੂੰ ਅਸੀਂ ਜੀ ਆਇਆਂ ਕਹਾਂਗੇ। ਜਿਹੜਾ ਸਾਡੇ ਸ਼ਹਿਰ ਦੇ ਵਾਸਤੇ ਬਰਖਲਾਫ ਚੱਲੇਗਾ ਜਾਂ ਕੰਮ ਕਰਨ ਦੇ ਵਿੱਚ ਉਹ ਕੁਤਾਹੀ ਕਰੇਗਾ, ਅਸੀਂ ਉਹਦਾ ਡਟ ਕੇ ਉਹਦੀ ਮੁਖਾਲਫਤ ਕਰਾਂਗੇ। ਹਾਂਜੀ ਸਰ, ਜਿਹੜਾ ਕਲਰਕ ਦਾ ਤੁਸੀਂ ਨਾਂ ਲੈ ਰਹੇ ਹੋ, ਕੀ ਹੁਣ ਡਿਮਾਂਡ, ਕੀ ਉੱਥੇ ਕਾਰਵਾਈ ਕੀ ਕਰਨੀ ਚਾਹੁੰਦੇ, ਕੀ ਹੋਣਾ ਚਾਹੀਦਾ? ਸੁਸ਼ੀਲ ਜੀ, ਮੈਂ ਤੁਹਾਨੂੰ ਇੱਕ ਵਾਰੀ ਫੇਰ ਇਹ ਕਹਿਣਾ ਚਾਹਾਂਗਾ, ਮੇਰਾ ਸਭ ਤੋਂ ਵੱਡਾ ਇਹ ਸਟੈਪ ਲੈਣ ਦਾ ਮਕਸਦ ਇਹ ਹੈ ਕਿ ਜੇ ਇਸ ਹਿਮਾਂਸ਼ੂ ਅਰੋੜਾ ਕਲਰਕ ਨੇ ਅੱਜ ਇੱਕ ਵਾਰਡ ਨੰਬਰ 4 ਦੇ ਕੌਂਸਲਰ ਦੇ ਨਾਲ ਇਹ ਬਦਤਮੀਜ਼ੀ ਕੀਤੀ ਆ, ਜਾਂ ਇਹ ਦੁੱਸਾ ਕੀਤਾ ਵਾ ਕਿ ਇਸ ਲੈਟਰਾਂ ਨੂੰ ਅੱਗੇ ਤੱਕ ਨਹੀਂ ਪਹੁੰਚਾਇਆ, ਇਹ ਮੇਰੇ ਨਾਲ ਦੇ 16 ਐਮਸੀਆਂ ਤੱਕ ਦੇ ਨਾਲ ਇਹ ਗੱਲ ਰਿਪੀਟ ਨਾ ਕੀਤੀ ਜਾਵੇ। ਜਨਤਾ ਦੀ ਆਵਾਜ਼ ਅਫਸਰ ਤੱਕ ਪਹੁੰਚਣੀ ਚਾਹੀਦੀ ਆ। ਮੇਰੀ ਡਿਮਾਂਡ ਸਿਰਫ ਇਹੀ ਆ ਕਿ ਇਸ ਜਿਹੜਾ ਡਿਕਟੇਟਰ ਕਲਰਕ ਵਾ, ਇਸ ਨੂੰ ਜਾਂ ਤਾਂ ਇਸ ਬੰਦੇ ਦੀ ਕਿਤੇ ਟ੍ਰਾਂਸਫਰ ਕੀਤੀ ਜਾਵੇ, ਸਸਪੈਂਡ ਕੀਤਾ ਜਾਏ, ਨਹੀਂ ਤਾਂ ਕਮ ਸੇ ਕਮ ਇਸ ਨੂੰ ਇਸ ਜਨਰਲ ਬ੍ਰਾਂਚ ਦੇ ਵਿੱਚੋਂ ਚੇਂਜ ਕੀਤਾ ਜਾਵੇ। ਇਹ ਸੀ ਸਾਡੇ ਨਾਲ ਵਾਰਡ ਨੰਬਰ 4 ਤੋਂ ਹਿੰਮਤ ਸ਼ਰਮਾ ਜੀ, ਜਿਨ੍ਹਾਂ ਨੇ ਮੂਵਮੈਂਟ ਕਮੇਟੀ ਤੋਂ ਅਸਤੀਫਾ ਦਿੱਤਾ ਤੇ ਅੱਜ ਇੱਕ ਸੁਰਖੀਆਂ ਦੇ ਵਿੱਚ, ਅਖਬਾਰ ਦੀਆਂ ਸੁਰਖੀਆਂ ਦੇ ਵਿੱਚ ਵੀ ਆਏ ਨੇ। ਇੱਕ ਕਲਰਕ ਤੇ ਗੰਭੀਰ ਦੋਸ਼ ਆ, ਜਿਹੜੇ ਬੇਹੱਦ ਗੰਭੀਰ ਦੋਸ਼ ਲੱਗੇ ਨੇ। ਉਹ ਦੋਸ਼ਾਂ ਦਾ ਨਿਪਟਾਰਾ ਕਿਸ ਤਰ੍ਹਾਂ ਹੁੰਦਾ ਆ, ਇਹਨਾਂ ਨੇ ਤਾਂ ਸੀਐਮ ਚੰਨੀ ਤੱਕ ਕਹਿੰਦੇ ਅਸੀਂ ਇਹ ਕੰਪਲੇਂਟ ਇਹਦੀ ਪਾਤੀ ਆ। ਇਹ ਦੇਖਦੇ ਆ, ਆਉਣ ਵਾਲਾ ਟਾਈਮ ਹੀ ਦੱਸੇਗਾ ਕਿ ਵਾਅਦੇ ਤਾਂ ਇਹਨਾਂ ਨੇ ਬਹੁਤ ਕੀਤੇ ਆ, ਚਾਹੇ ਨਕੋਦਰ ਦੀਆਂ ਟ੍ਰੈਫਿਕ ਦੇ ਬਾਰੇ ਹੋਵੇ ਜਾਂ ਹੋਰ ਕਬਜ਼ਿਆਂ ਦੇ ਬਾਰੇ ਹੋਵੇ, ਵਾਅਦੇ ਵੀ ਕੀਤੇ ਆ। ਇਹ ਆਉਣ ਵਾਲਾ ਟਾਈਮ ਦੱਸੇਗਾ ਕਿ ਇਹ ਟਾਈਮ ਕੀ ਕਰਦਾ ਆ। ਕੈਮਰਾ ਪਰਸਨ ਸੁਮਿਤ ਢਿੰਗੜਾ ਦੇ ਨਾਲ ਸੁਸ਼ੀਲ ਢਿੰਗੜਾ, ਏਕਤਾ ਲਹਿਰ ਨਿਊਜ਼ ਨਕੋਦਰ।